ਸਤਨਾਮ ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜਪਜੀ ਸਾਹਿਬ ਦੀ 27 ਪੌੜੀਆਂ ਤੇ ਵਿਚਾਰ ਹੋਈ। 28ਵੀਂ ਪੌੜੀ ਤੇ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੈ ਬੈਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸ਼ਬਦਾਰਥ। ਮੁੰਦਾ यानी मुंद्रा, सरम यानी उद्दम, पत यानी पात्र खप्पर चिंपी, खिंथा यानी गोदड़ी, आई पंथी यानी जोगियां दा एक फिरका, सगल जमाती यानी सब नाल प्रेम रखण वाला, आदेश यानी नमस्कार, अनील यानी माया रहित, अनाहत यानी जिस नूं आहत ना किया जा सके, अविनाशी। 28ਵੀਂ पौड़ी विच गुरु साहिब जी उस समय विच नाथा अते जोगिया द्वारा प्रभु की प्राप्ति लई अपनाए जांदे साधना का उल्लेख करते हुए सच्चे जोग की जुगती उत्ते प्रकाश पाउंदे हन। जोगी कन्ना विच मुंदरा पाउंदे हन, शरीर उत्ते बैभूत रमाउंदे हन, गल विच गोदड़ी पाउंदे हन अते हथ विच डंडा रखदे हन। गुरु साहिब कहंदे हन, ऐसा संतोख दियां मुंदरा पाइयां हन, झोली अते खप्पर दी थां असी उद्दम नूं धारण कीता है। असी ध्यान नूं बैभूत बनाया है। मौत दी याद अते निर्मल काया साडी गुदड़ी है। दृढ़ भरोसा अते प्रभु प्राप्ति दी जुगती साडा डंडा है। सब नाल प्रेम करना अते मन नूं जित के जग नूं जितना साडा आई पंथ है। असी उस प्रभु दी अलख जगाउंदे हां जो सब दी आद है, जो माया रहित है, जो आज़ादी है, अविनाशी है अते जो जुग जुग विच सदा एक रंग, एक रूप अते एक रस रहिंदा है। मुंदा संतोख सरमपत झोली, ध्यान की करै बैभूत, खिंथा काल कुआरी काया, जुगत डंडा प्रतीत। तात्पर्य यह है, जे तू संतोख नूं
ਆਪਣੀਆਂ ਮੁੰਦਰਾਂ ਬਣਾਵੇਂ। ਮਿਹਨਤ ਨੂੰ ਖੱਪਰ ਤੇ ਝੋਲੀ ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ ਪਿੰਡੇ ਤੇ ਮਲੇ। ਮੌਤ ਦਾ ਭਉ ਤੇਰੀ ਗੋਦੜੀ ਹੋਵੇ। ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸਰਦਾ ਨੂੰ ਤੂੰ ਡੰਡਾ ਬਣਾਵੇਂ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ, ਅਸਲ ਵਿੱਚ ਉਹੀ ਆਈ ਪੰਥ ਵਾਲਾ ਹੈ। ਜੋ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਭਾਉ ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ। ਸੋ ਕੂੜ ਦੀ ਕੰਧ ਦੂਰ ਕਰਨ ਲਈ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇੱਕੋ ਜਿਹਾ ਰਹਿੰਦਾ ਹੈ। ਭਾਉ ਜੋਗ ਮਤ ਦੇ ਖਿੰਥਾਂ ਮੁੰਦਰਾਂ ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿਖ ਮਿਟਾਉਣ ਦੇ ਯੋਗ ਨਹੀਂ ਹਨ। ਜੋ ਜੋ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਜੁੜੋਗੇ, ਸੰਤੋਖ ਵਾਲਾ ਜੀਵਨ ਬਣੇਗਾ। ਹੱਕ ਦੀ ਮਿਹਨਤ ਕਰਨ ਦੀ ਜਾਚ ਆਵੇਗੀ। ਮੌਤ ਸਿਰ ਤੇ ਚੇਤੇ ਰਹੇਗੀ ਤੇ ਵਿਕਾਰਾਂ ਵੱਲੋਂ ਬਚੇ ਰਹੋਗੇ। ਪ੍ਰਭੂ ਦੀ ਹਸਤੀ ਵਿੱਚ ਯਕੀਨ ਬਣੇਗਾ ਤੇ ਸਾਰੀ ਖਲਕਤ ਵਿੱਚ ਉਹ ਪ੍ਰਭੂ ਵਸਦਾ ਵਿਖੇਗਾ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲੇਖੇ ਆਵੈ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਸ਼ਬਦਾਰਥ। ਭੁਗਤ ਯਾਨੀ ਭੋਜਨ, ਭੰਡਾਰਨ ਯਾਨੀ ਭੋਜਨ ਵਰਤਾਉਣ ਵਾਲੀ, ਘਟ ਘਟ ਵਾਜੈ ਨਾਦ ਯਾਨੀ ਹਰ ਹਿਰਦੇ ਵਿੱਚ ਸ਼ਬਦ ਦੀ ਧੁਨੀ ਵੱਜ ਰਹੀ ਹੈ। ਨਾਥ ਯਾਨੀ ਮਾਲਕ, ਸੁਆਮੀ। ਨਾਥੀ ਯਾਨੀ ਨੱਥੀ ਹੋਈ, ਕਾਬੂ ਵਿੱਚ। ਰਿੱਧ ਸਿੱਧ ਯਾਨੀ ਰਿੱਧੀਆਂ ਸਿੱਧੀਆਂ ਕਰਾਮਾਤਾਂ। ਅਵਰਾ ਸਾਧ ਯਾਨੀ ਹੋਰ ਤਰ੍ਹਾਂ ਦਾ ਸਵਾਦ, ਭਾਵ ਘਟੀਆ ਸਵਾਦ। ਗੁਰੂ ਸਾਹਿਬ ਜੀ ਨੇ ਪਿਛਲੀ ਪੌੜੀ ਵਿੱਚ ਸ਼ੁਰੂ ਕੀਤੀ ਵਿਚਾਰ ਦੀ ਲੜੀ ਅੱਗੇ ਤੋਰਦੇ ਹੋਏ ਜੋਗੀਆਂ ਨੂੰ ਉਪਦੇਸ਼ ਦਿੰਦੇ ਹਨ। ਜੋਗੀਆਂ ਦੇ ਮੱਠਾਂ ਉੱਤੇ ਸਿੰਘੀਆਂ, ਸ਼ੰਖ,
ਆਦਿ ਵਜਾਏ ਜਾਂਦੇ ਹਨ ਅਤੇ ਭਗਵਾਨ ਸ਼ਿਵ ਦੀ ਆਰਾਧਨਾ ਤੋਂ ਬਾਅਦ ਭੰਡਾਰਨ ਸਾਧਕਾਂ ਵਿੱਚ ਭੋਜਨ ਵੰਡਦੀ ਹੈ। ਗੁਰੂ ਸਾਹਿਬ ਕਹਿੰਦੇ ਹਨ, ਸਦਾ ਭੋਜਨ ਗਿਆਨ ਹੈ ਅਤੇ ਦਇਆ ਸਾਡੀ ਭੰਡਾਰਨ ਹੈ। ਘਟ ਘਟ ਵਿੱਚ ਵੱਜ ਰਹੀ ਨਾਮ ਦੀ ਧੁਨੀ ਸਾਡਾ ਨਾਦ ਹੈ। ਉਹ ਕੁੱਲ ਮਾਲਕ ਸਭ ਦਾ ਨਾਥ ਜਾਂ ਸੁਆਮੀ ਹੈ। ਬਾਕੀ ਸਭ ਉਸ ਦੇ ਨੱਥੇ ਹੋਏ ਹਨ, ਉਸ ਦੇ ਅਧੀਨ ਹਨ। ਅਸੀਂ ਉਸ ਇੱਕ ਸੱਚੇ ਨਾਥ ਦਾ ਜਸ ਗਾਉਂਦੇ ਹਾਂ। ਅਸੀਂ ਰਿੱਧੀਆਂ ਸਿੱਧੀਆਂ ਦੇ ਸਵਾਦ ਨੂੰ ਘਟੀਆ ਅਵਰਾ ਸਾਧ ਸਮਝਦੇ ਹਾਂ। ਕੁੱਲ ਮਾਲਿਕ ਨੇ ਜੋ ਸੰਜੋਗ ਵਿਜੋਗ ਦੇ ਨਿਯਮ ਬਣਾਏ ਹਨ, ਉਹ ਸੰਸਾਰ ਦਾ ਕਾਰ ਵਿਹਾਰ ਚਲਾ ਰਹੇ ਹਨ। ਜਿਸ ਨੂੰ ਜੋ ਮਿਲਦਾ ਹੈ ਧੁਰ ਦਰਗਾਹ ਤੋਂ ਲਿਖੇ ਲੇਖ ਅਨੁਸਾਰ ਸਾਧ ਸੰਗਤ ਜੀ ਮਿਲਦਾ ਹੈ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲੇਖੈ ਆਵੈ ਭਾਗ। ਭਾਉ, ਹੇ ਜੋਗੀ, ਜੇ ਅਕਾਲ ਪੁਰਖ ਦੀ ਸਰਬ ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ ਹੋਵੇ, ਦਇਆ ਇਸ ਗਿਆਨ ਰੂਪ ਭੰਡਾਰੇ ਦੀ ਵਰਤਾਵੀ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੋ ਚੱਲ ਰਹੀ ਹੈ, ਇਹ ਨਾਦੀ ਵੱਜ ਰਹੀ ਹੋਵੇ, ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵਸ ਵਿੱਚ ਸਾਰੀ ਸ੍ਰਿਸ਼ਟੀ ਹੈ, ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿਖ ਮਿਟ ਸਕਦੀ ਹੈ। ਯੋਗ ਸਾਧਨਾ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ। ਇਹ ਰਿੱਧੀਆਂ ਤੇ ਸਿੱਧੀਆਂ ਦਾ ਕਿਸੇ ਹੋਰ ਪਾਸੇ ਖੜਨ ਵਾਲੇ ਸਵਾਦ ਹਨ। ਅਕਾਲ ਪੁਰਖ ਦੀ ਸੰਜੋਗ ਸਤਾ ਤੇ ਵਿਜੋਗ ਸਤਾ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਚਲਾ ਰਹੀਆਂ ਹਨ। ਭਾਉ, ਪਿਛਲੇ ਸੰਜੋਗਾਂ ਕਰਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜਾ ਵਿੱਚ ਫਿਰ ਵਿਛੜ ਕੇ ਆਪੋ ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ ਅਤੇ ਸਭ ਦੀਆਂ ਕੀਤੇ ਕਰਮਾਂ ਦੇ ਲੇਖੇ ਅਨੁਸਾਰ ਦਰਜਾ ਬੇਦਰਜਾ ਸੁੱਖ ਦੁੱਖ ਦੇ ਛਾਂਦੇ ਮਿਲ ਰਹੇ ਹਨ। ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ। ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਤਾਤਪਰਯ ਇਹ ਹੈ, ਸਿਮਰਨ ਦੀ ਬਰਕਤ ਨਾਲ ਇਹ ਗਿਆਨ ਪੈਦਾ ਹੋਏਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ। ਜਿਸ ਦੀ ਰਜਾ ਵਿੱਚ ਜੀਵ ਇੱਥੇ ਆ ਇਕੱਠੇ ਹੁੰਦੇ ਹਨ ਤੇ ਰਜਾ ਵਿੱਚ ਹੀ ਇੱਥੇ ਤੁਰ ਪੈਂਦੇ ਹਨ। ਇਹ ਗਿਆਨ ਪੈਦਾ ਹੋਇਆ ਖਲਕਤ ਨਾਲ ਪਿਆਰ ਕਰਨ ਦੀ ਜਾਚ ਆਵੇਗੀ। ਯੋਗ ਅਭਿਆਸ ਦੀ ਰਾਹੀਂ ਪ੍ਰਾਪਤ ਹੋਇਆ
ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ। ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ। ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡਰਾਉਂਦੇ ਹਨ। ਏਕਾ ਮਾਈ ਜੁਗਤ ਵੀ ਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਇਹ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸ਼ਬਦਾਰਥ ਮਾਈ ਯਾਨੀ ਮਾਇਆ, ਜੁਗਤ ਯਾਨੀ ਜੁਗਤੀ ਨਾਲ, ਵਿਆਈ ਯਾਨੀ ਪ੍ਰਸਤੂਤ ਹੋਈ, ਤਿੰਨ ਚੇਲੇ ਪਰਵਾਨ, ਉਹਨਾਂ ਦੇ ਤਿੰਨ ਪੁੱਤਰ ਪੈਦਾ ਹੋਏ। ਸੰਸਾਰੀ ਸੰਸਾਰ ਦੀ ਰਚਨਾ ਕਰਨ ਵਾਲਾ ਯਾਨੀ ਬ੍ਰਹਮਾ, ਭੰਡਾਰੀ ਸੰਸਾਰ ਦੀ ਪਾਲਣਾ ਕਰਨ ਵਾਲਾ ਯਾਨੀ ਵਿਸ਼ਨੂੰ, ਲਾਏ ਦੀ ਬਾਣ ਯਾਨੀ ਦੀਵਾਨ ਲਾਉਣ ਵਾਲਾ ਭਾਉ ਮੌਤ ਦਾ ਦੇਵਤਾ ਯਾਨੀ शिव जी, फुरमान यानी हुक्म, विडान यानी आश्चर्यता। जोगियां विच संसार की उत्पत्ति ਅਤੇ संचालन बारे कई तरह के मत प्रचलित हैं ਅਤੇ ਉਹ ਆਪੋ ਆਪਣੀ ਧਾਰਨਾ ਅਨੁਸਾਰ अलग अलग इष्टां की पूजा ਅਤੇ भगती विच लगे रहंदे हन। गुरु साहिब उन्हां दे सामने सृष्टि की रचना ਅਤੇ इस दे संचालन का पूर्ण सिद्धांत पेश करते हुए ये इशारा करते हैं कि पूजा ਅਤੇ भगती ਦੇ काबल ਉਹ एक परम पिता परमेश्वर है। आप कहते हैं ब्रह्म एका ਅਤੇ माया माई ਦੇ संजोग नाल माया प्रस्तुत होई, विआई ਅਤੇ ਉਹਦੇ ਤਿੰਨ ਪੁੱਤਰ ब्रह्मा विष्णु ਅਤੇ महेश पैदा होए। ਉਹਨਾਂ ਵਿੱਚੋਂ ਇੱਕ ਦਾ ਕੰਮ ਸੰਸਾਰ ਰਚਨਾ करना, दूजे का इस दी पालना करना ਅਤੇ तीजे का काम इस दा विनाश करना। उस करता नूं जिवें भाउंदा है उवें इन्हां तिन्नां नूं चलाउंदा है ਅਤੇ ਇਹ ਤਿੰਨੇ उवें ही चलते हैं जिवें उस एक करता का इन्हां नूं हुक्म हुंदा है। वड्डी हैरानी ये है कि वो परमेश्वर माया ਅਤੇ इनके पुत्रां नूं देखदा है पर इन्हां नूं ਉਹ दिखाई नहीं दिंदा। एका माई जुगत विआई, तिन चेले परवान, एक संसारी एक भंडारी, एक लाए दी बाण। तात्पर्य यह है इकल्ली माया किसी जुगती नाल प्रस्तुत होई ते प्रतख तौर ते उसदे तीन पुत्र जम पे। उन्हां विचों एक ब्रह्मा घर बारी बन गया, भाओ
ਜੀਵ ਜਨਤਾ ਨੂੰ ਪੈਦਾ ਕਰਨ ਲੱਗ ਪਿਆ। ਇੱਕ ਵਿਸ਼ਨੂੰ ਭੰਡਾਰੇ ਦਾ ਮਾਲਕ ਬਣ ਗਿਆ। ਭਾਉ ਜੀਵਾਂ ਨੂੰ ਰਿਜ਼ਕ ਅਪਣਾਉਣ ਦਾ ਕੰਮ ਕਰਨ ਲੱਗਾ ਅਤੇ ਇੱਕ ਸ਼ਿਵ ਰਚਨਹਾਰੀ ਲਾਉਂਦਾ ਹੈ। ਭਾਉ ਜੀਵਾਂ ਨੂੰ ਸੰਘਾਰਦਾ ਹੈ। ਜਿਉ ਤਿਸ ਭਾਵੈ ਤਿਵੈ ਚਲਾਵੈ, ਜਿਉ ਹੋਵੈ ਫੁਰਮਾਨ ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਇਹ ਵਿਡਾਨ। ਤਾਤਪਰਯ ਇਹ ਹੈ, ਗੁਰੂ ਸਾਹਿਬ ਉਪਰਲੀ ਮਨੋਤ ਦਾ ਖੰਡਨ ਕਰਦੇ ਹੋਏ ਫਰਮਾਉਂਦੇ ਹਨ ਕਿ ਅਸਲ ਗੱਲ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ। ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਦੇ ਕੁਝ ਹੱਥ ਨਹੀਂ। ਇਹ ਬੜਾ ਅਚਰਜ ਕੋਤਕ ਹੈ ਕਿ ਉਹ ਅਕਾਲ ਪੁਰਖ ਸਭ ਜੀਵਾਂ ਨੂੰ ਵੇਖ ਰਿਹਾ ਹੈ, ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿਸਦਾ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਮ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। ਇਹ ਹੀ ਵਸੀਲਾ ਉਸ ਪ੍ਰਭੂ ਨਾਲੋਂ ਵਿਖ ਦੂਰ ਕਰਨ ਦਾ ਹੈ। ਭਾਉ ਜੋ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਉਸ ਨੂੰ ਇਹ ਖਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪ੍ਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿੱਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ। ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿਸਦਾ ਨਹੀਂ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।